देह शिवा बर मोहे है शुभ कर्मन ते कभू न डरूं। ना डरूं और सो जब जाए लड़ूं, निश्चय कर अपनी जीत करूं। गुरु रूपी प्यारी साध संगत जी, वाहिगुरु जी का खालसा, वाहिगुरु जी की फतेह। मेरा नाम मन्नत सिंह हैगा और मैं ਅੱਜ ਆਪ ਜੀ ਸੰਸਾਰ ਭਰ ਤੋਂ ਜੁੜੀਆਂ ਸਮੂਹ ਸੰਗਤਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀ ਦੀ ਸਾਂਝ ਪਾਉਣ ਲੱਗਾ ਹਾਂ। ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਭਾਈ ਬਚਿੱਤਰ ਸਿੰਘ ਜੀ ਦੇ ਪਿਛੋਕੜ ਅਤੇ ਜੀਵਨ ਬਾਰੇ ਆਪ ਨੂੰ ਜਾਣੂ ਕਰਾਉਣ ਲੱਗੇ ਹਾਂ। ਭਾਈ ਬਚਿੱਤਰ ਸਿੰਘ ਜੀ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਅਤੇ ਭਾਈ ਦਿਆਲਾ ਸਿੰਘ ਜੀ ਦੇ ਭਤੀਜੇ ਸੀਗੇ, ਜਿਨ੍ਹਾਂ ਦੀ ਮਹਾਨ ਸ਼ਹੀਦੀ ਬਾਰੇ ਅਸੀਂ ਰੋਜ਼ ਆਪਣੀ ਅਰਦਾਸ ਵਿੱਚ ਪੜ੍ਹਦੇ ਹਾਂ। ਭਾਈ ਬਚਿੱਤਰ ਸਿੰਘ ਜੀ ਦੀ ਬਚਪਨ ਤੋਂ ਹੀ ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਹੁਤੀ ਨੇੜਤਾ ਸੀ ਅਤੇ ਭਾਈ ਬਚਿੱਤਰ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਭਰੋਸੇਮੰਦ ਸਿੰਘਾਂ ਵਿੱਚੋਂ ਇੱਕ ਸੀ। ਭਾਈ ਬਚਿੱਤਰ ਸਿੰਘ ਜੀ ਨੇ ਤਕਰੀਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸਾਰੀ ਹੀ ਵੱਡੀ ਜੰਗਾਂ ਵਿੱਚ ਆਪਣਾ ਹਿੱਸਾ ਪਾਇਆ ਹੈ ਔਰ ਆਪਣੇ ਜੀਵਨ ਦਾ ਬਹੁਤ ਹਿੱਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਦੀ ਸੇਵਾ ਵਿੱਚ ਲਾਇਆ। ਇਹ ਸਾਖੀ ਉਸ ਸਮੇਂ ਤੋਂ ਹੈ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੰਘ ਸੰਗਤਾਂ ਅਨੰਦਪੁਰ ਸਾਹਿਬ ਵਿਖੇ ਵਾਸ ਕਰਦੀਆਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਧਦੇ ਕੱਦ ਤੋਂ ਪਰੇਸ਼ਾਨ ਅਤੇ ਗੁਰਮਤਿ ਵਿਚਾਰਾਂ ਨਾਲ ਮਤਭੇਦ ਕਰਕੇ ਪਹਾੜੀ ਰਾਜਿਆਂ ਅਤੇ ਸਿੱਖਾਂ ਵਿਖੇ ਕਈ ਸਾਲਾਂ ਤੋਂ ਮਤਭੇਦ ਅਤੇ ਲੜਾਈਆਂ ਚੱਲ ਰਹੀ ਸਨ। ਇਸ ਦੌਰਾਨ ਕਲੂਰ ਦੇ ਰਾਜਾ ਅਜਮੇਰ ਚੰਦ ਨੇ ਬਾਕੀ ਪਹਾੜੀ ਰਾਜਿਆਂ ਨਾਲ ਮਿਲ ਕਰ ਲੋਹਗੜ੍ਹ ਦੇ ਕਿਲੇ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ। ਇਸ ਲਈ ਉਹਨਾਂ ਨੇ ਇੱਕ ਲੜਾਕੂ ਹਾਥੀ ਮੈਦਾਨੇ ਜੰਗ ਵਿੱਚ ਭੇਜਣ ਦਾ ਵਿਚਾਰ ਕੀਤਾ। ਇਸ ਹਾਥੀ ਨੂੰ ਨਸ਼ਾ ਕਰਾ ਕੇ ਅਤੇ ਇਹਦੇ ਸਰੀਰ ਨੂੰ ਲੋਹੇ ਦੀ ਚੱਦਰ ਵਿੱਚ ਮੜ ਕੇ ਮੈਦਾਨੇ ਜੰਗ ਵਿੱਚ ਭੇਜਣਾ ਸੀ ਤਾਂ ਕਿ ਇਹ ਸਿੱਖ ਫੌਜਾਂ ਨੂੰ ਕੁਚਲ ਕੇ ਲੋਹਗੜ੍ਹ ਕਿਲੇ ਦੀ ਦੀਵਾਰ ਨੂੰ ਢਹਿ ਸਕੇ ਅਤੇ ਪਹਾੜੀ ਫੌਜਾਂ ਦੀ ਜਿੱਤ ਨੂੰ ਯਕੀਨੀ ਬਣਾ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਪਾਈ, ਜਿਹਨੂੰ ਕਿ ਪੰਜਾਬੀ ਵਿੱਚ ਖਬਰੀ ਕਹਿੰਦੇ ਆ, ਉਹ ਇਹ ਖਬਰ ਲੈ ਕੇ ਗੁਰੂ ਸਾਹਿਬ ਕੋਲ ਪਹੁੰਚੇ। ਇਸ ਖਬਰ ਨੂੰ ਸੁਣਦੇ ਹੀ ਦਰਬਾਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਗੁਰੂ ਸਾਹਿਬ ਜੀ ਜੋ ਕਿ ਜਾਨੀ ਜਾਨ ਸੀਗੇ, ਉਹਨਾਂ ਨੇ ਆਪਣੀ ਨਜ਼ਰ ਦਰਬਾਰ ਵਿੱਚ ਫੇਰੀ ਤੇ ਉਹਨਾਂ ਦੀ ਨਜ਼ਰ ਜਾ ਕੇ ਭਾਈ ਬਚਿੱਤਰ ਸਿੰਘ ਜੀ ਦੇ ਟਿਕ ਗਈ। ਭਾਈ ਸਾਹਿਬ ਗੁਰੂ ਜੀ ਦਾ ਇਸ਼ਾਰਾ ਸਮਝਦੇ ਹੋਏ ਆਪਣੇ ਹੱਥ ਜੋੜ ਕਰ ਆਪਣੀ ਜਗ੍ਹਾ 'ਤੇ ਖੜੇ ਹੋ ਗਏ। ਉਹਨਾਂ ਨੇ ਹਾਥੀ ਨਾਲ ਮੁਕਾਬਲਾ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਗੁਰੂ ਸਾਹਿਬ ਦੀ ਆਗਿਆ ਮੰਗੀ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀ ਦੀ ਇਸ ਇੱਛਾ ਨੂੰ ਪ੍ਰਵਾਨ ਕੀਤਾ ਔਰ ਆਪ ਹੀ ਸਾਰੀ ਕਥਾ ਔਰ ਆਪ ਹੀ ਸਾਰੀ ਘਟਨਾ ਅਤੇ ਮੁਕਾਬਲੇ ਦੀ ਰਣਨੀਤੀ ਸਮਝਾਈ। ਇਸ ਕਾਰਜ ਨੂੰ ਸਫਲ ਕਰਨ ਲਈ ਗੁਰੂ ਸਾਹਿਬ ਨੇ ਭਾਈ ਜੀ ਨੂੰ ਇੱਕ ਅਨੋਖਾ ਵਰਛਾ, ਜਿਹਨੂੰ ਕਿ ਨਾਗਨੀ ਵਰਛਾ ਕਿਹਾ ਜਾਂਦਾ ਸੀ, ਉਹ ਦਿੱਤਾ। ਇਸ ਦੇ ਉਪਰੰਤ ਭਾਈ ਸਾਹਿਬ ਜੀ ਨੇ ਅਰਦਾਸ ਕੀਤੀ ਔਰ ਬਾਕੀ ਸਿੰਘਾਂ ਨਾਲ ਲੋਹਗੜ੍ਹ ਦੇ ਕਿਲੇ 'ਤੇ ਕੂਚ ਕਰਤੀ। ਆਖਿਰਕਾਰ ਲੋਹਗੜ੍ਹ ਦੇ ਕਿਲੇ 'ਤੇ ਖੜ ਕੇ ਪਹਾੜੀ ਫੌਜਾਂ ਨੂੰ ਆਂਦਾ ਵੇਖ ਭਾਈ ਬਚਿੱਤਰ ਜੀ ਸਮਝ ਗਏ ਸੀ ਕਿ ਹੁਣ ਵਕਤ ਨੇੜੇ ਹੀ ਹੈ। ਭਾਈ ਸਾਹਿਬ ਜੀ ਨੇ ਘੋੜੇ ਦੀ ਕਮਾਨ ਫੜੀ, ਬਰਛਾ ਚੱਕਿਆ, ਗੁਰੂ ਸਾਹਿਬ ਨੂੰ
ਧਿਆਨ ਵਿੱਚ ਰੱਖੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਔਰ ਚੜ੍ਹਦੀ ਕਲਾ ਵਿੱਚ ਜੈਕਾਰੇ ਛੱਡਦੇ ਮੈਦਾਨੇ ਜੰਗ ਵਿੱਚ ਪੈਰ ਰੱਖਤਾ। ਘੁੜਸਵਾਰੀ ਅਤੇ ਯੁੱਧ ਕਲਾ ਵਿੱਚ ਮਾਹਿਰ ਭਾਈ ਬਚਿੱਤਰ ਸਿੰਘ ਜੀ ਦੀ ਬਿਜਲੀ ਵਾਂਗ ਫੁਰਤੀ ਦੇਖਦੇ ਹੀ ਬਣਦੀ ਸੀ। ਜਿਵੇਂ ਹੀ ਭਾਈ ਸਾਹਿਬ ਜੀ ਹਾਥੀ ਦੇ ਸਾਹਮਣੇ ਆ ਗਏ, ਉਹਨਾਂ ਨੇ ਗੁਰੂ ਸਾਹਿਬ ਦੇ ਬਖਸ਼ੇ ਨਾਗਨੀ ਬਰਛੇ ਨਾਲ ਹਾਥੀ 'ਤੇ ਵਾਰ ਕੀਤਾ ਔਰ ਬਰਛਾ ਲੋਹੇ ਦੀ ਕਵਚ ਨੂੰ ਚੀਰਦਾ ਹੋਏ ਹਾਥੀ ਦੇ ਮੱਥੇ ਅੰਦਰ ਲੰਘਾਤਾ। ਨਸ਼ੇ ਦੀ ਹਾਲਤ ਵਿੱਚ ਜ਼ਖਮੀ ਹਾਥੀ ਨੇ ਪਹਾੜੀ ਫੌਜਾਂ 'ਤੇ ਹੀ ਹਮਲਾ ਬੋਲ ਦਿੱਤਾ ਔਰ ਉਹਨਾਂ ਨੂੰ ਕੁਚਲਦਾ ਹੋਇਆ ਵਾਪਸ ਭੱਜ ਗਿਆ। ਇਸ ਨਾਲ ਪਹਾੜੀ ਫੌਜਾਂ ਨੂੰ ਕਾਫੀ ਨੁਕਸਾਨ ਹੋਇਆ ਔਰ ਉਹ ਵਾਪਸ ਮੁੜਨ 'ਤੇ ਮਜਬੂਰ ਹੋ ਗਈਆਂ ਅਤੇ ਸਿੱਖ ਫੌਜਾਂ ਨੂੰ ਗੁਰੂ ਦੀ ਮਿਹਰ ਸਦਕੇ ਜੰਗ ਵਿੱਚ ਫਤਿਹ ਦੀ ਪ੍ਰਾਪਤੀ ਹੋਈ। ਸੰਗਤ ਜੀ, ਸਾਖੀ ਦੇ ਉਪਰੰਤ ਇਹ ਗੱਲ ਵੀ ਜ਼ਰੂਰੀ ਹੈ ਕਿ ਅਸੀਂ ਇਸ ਸਾਖੀ ਤੋਂ ਕੀ ਸਿੱਖ ਲਈ ਹੈ ਅਤੇ ਉਸ ਨੂੰ ਅਸੀਂ ਆਪਣੀ ਜ਼ਿੰਦਗੀ ਜਾਂ ਡੇਲੀ ਲਾਈਫ ਵਿੱਚ ਕਿਵੇਂ ਅਪਲਾਈ ਕਰ ਸਕਦੇ ਹਾਂ। ਇਸ ਸਾਖੀ ਵਿੱਚ ਭਾਈ ਬਚਿੱਤਰ ਸਿੰਘ ਜੀ ਦੇ ਜਿੱਤਣ ਦੇ 3 ਪ੍ਰਮੁੱਖ ਕਾਰਨ ਸੀ। ਪਹਿਲਾ, ਵਾਹਿਗੁਰੂ ਦਾ ਭਾਣਾ ਮੰਨਣਾ। ਜਿਵੇਂ ਕਿ ਭਾਈ ਸਾਹਿਬ ਨੇ ਇਹ ਮੰਨ ਲਿਆ ਸੀ ਕਿ ਉਹਨਾਂ ਨੂੰ ਜੰਗ ਵਿੱਚ ਨਸ਼ੇ ਵਿੱਚ ਧੁੱਤ ਲੜਾਕੂ ਹਾਥੀ ਦਾ ਸਾਹਮਣਾ ਕਰਨਾ ਪਏਗਾ। ਦੂਜਾ, ਕਿ ਭਾਵੇਂ ਇਹ ਗੱਲ ਉਸ ਸਮੇਂ ਨਾਮੁਮਕਿਨ ਲੱਗ ਰਹੀ ਸੀ, ਪਰ ਉਹਨਾਂ ਦਾ ਗੁਰੂ ਸਾਹਿਬ ਪ੍ਰਤੀ ਭਰੋਸਾ ਕਿਤੇ ਵੀ ਡਗਮਗਾਇਆ ਨਹੀਂ ਔਰ ਇਹੀ ਭਰੋਸਾ ਉਹਨਾਂ ਦੀ ਤਾਕਤ ਸੀ ਕਿ ਅਗਰ ਗੁਰੂ ਅੰਗ ਸੰਗ ਹੋਵਨ ਤਾਂ ਕੋਈ ਵੀ ਮੁਸ਼ਕਿਲ ਫਤਿਹ ਹੋ ਸਕਦੀ ਹੈ। ਤੀਜਾ, ਕਿ ਭਾਈ ਸਾਹਿਬ ਨੇ ਸਮੇਂ ਦੇ ਮੁਤਾਬਿਕ ਆਪਣੇ ਆਪ ਨੂੰ ਜ਼ਰੂਰਤਮੰਦ ਹਥਿਆਰਾਂ ਨਾਲ ਲੈਸ ਕਰਿਆ ਤਾਂ ਕਿ ਆਪਣੀ ਜਿੱਤ ਨੂੰ ਨਿਸ਼ਚਿਤ ਕਰ ਸਕਣ। ਸੰਗਤ ਜੀ, ਸਾਨੂੰ ਵੀ ਆਪਣੇ ਜੀਵਨ ਵਿੱਚ ਆ ਰਹੀ ਸਮੱਸਿਆਵਾਂ ਤੋਂ ਹਾਰ ਨਾ ਮੰਨ ਕੇ ਇन्हीं ਸਿੱਖਿਆਵਾਂ ਨਾਲ ਉਹਨਾਂ ਤੋਂ ਨਜਿੱਠਣਾ ਚਾਹੀਦਾ ਹੈ। ਅੱਜ ਦੇ ਮਾਹੌਲ ਵਿੱਚ ਜਿੱਥੇ ਸੰਸਾਰ ਭਰ ਵਿੱਚ ਕੋਵਿਡ ਦੀ ਮਹਾਮਾਰੀ ਫੈਲੀ ਹੋਈ ਹੈ ਅਤੇ ਇਸ ਸਮੇਂ ਇਸ ਨੂੰ ਹਰਾਉਣਾ ਲੜਾਕੂ ਹਾਥੀ ਵਾਂਗ ਨਾਮੁਮਕਿਨ ਹੀ ਲੱਗਦਾ ਹੈ। ਜਿੱਥੇ ਕਿ ਮਹਾਮਾਰੀ ਨੇ ਲੋਕਾਂ ਨੂੰ ਭੈਭੀਤ ਅਤੇ ਮਜਬੂਰ ਕਰ ਦਿੱਤਾ ਹੈ, ਉੱਥੇ ਹੀ ਸਾਨੂੰ ਸਾਖੀ ਵਿੱਚੋਂ ਮਿਲੀ ਸਿੱਖਿਆ ਤੇ ਧਿਆਨ ਕਰਨ ਦੀ ਜ਼ਰੂਰਤ ਹੈ। ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਇਹ ਜ਼ਰੂਰੀ ਹੈ ਕਿ ਅਸੀਂ ਗੁਰੂ ਵਾਲੇ ਬਣੀਏ, ਗੁਰਬਾਣੀ ਵਿਚਾਰ ਅਤੇ ਨਾਮ ਸਿਮਰਨ ਕਰੀਏ। ਗੁਰੂ ਤੇ ਭਰੋਸਾ ਹੋਏ ਤੇ ਗੁਰੂ ਆਪ ਹੀ ਸਾਡੀ ਰੱਖਿਆ ਕਰਦੇ ਹਨ। ਇਸ ਦੇ ਨਾਲ ਸਾਨੂੰ ਇਸ ਅਦਿੱਖੇ ਜਾਂ ਇਨਵਿਜ਼ੀਬਲ ਵਾਇਰਸ ਨੂੰ ਮਾਤ ਪਾਉਣ ਲਈ ਅੱਜ ਦੇ ਸਮੇਂ ਦੇ ਹਥਿਆਰ ਜਿਵੇਂ ਕਿ ਮਾਸਕ, ਗਲਵ, ਸੈਨੀਟਾਈਜ਼ਰ, ਸੋਸ਼ਲ ਡਿਸਟੈਂਸਿੰਗ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਹੈ। ਸੰਗਤ ਜੀ, ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਮੇਂ ਬਦਲ ਗਿਆ ਹੈ ਪਰ ਅਪਰੋਚ ਸੇਮ ਹੀ ਰਹਿੰਦੀ ਹੈ ਔਰ ਅਗਰ ਅਸੀਂ ਇਨ ਸਿੱਖਿਆਵਾਂ 'ਤੇ ਅਮਲ ਕਰਾਂਗੇ ਤੇ ਯਕੀਨੀ ਗੱਲ ਹੈ ਕਿ ਐਸੀ ਕੋਈ ਥਾਂ ਨਹੀਂ ਜਿਸ 'ਤੇ ਜਾਂ ਐਸਾ ਕੋਈ ਮੈਦਾਨ ਨਹੀਂ ਜਿੱਥੇ ਸਾਨੂੰ ਫਤਿਹ ਦੀ ਪ੍ਰਾਪਤੀ ਨਾ ਹੋਏ। ਜੇ ਅਸੀਂ ਗੁਰੂ ਵਾਲੇ ਬਣੀਏ, ਗੁਰੂ 'ਤੇ ਭਰੋਸਾ ਰੱਖੀਏ, ਅਕਾਲ ਪੁਰਖ ਦਾ ਭਾਣਾ ਮੰਨੀਏ ਤੇ ਆਪਣੇ ਐਕਸ਼ਨਸ 'ਤੇ ਭਰੋਸਾ ਰੱਖਦੇ ਹੋਏ ਆਪਣਾ ਕੌਨਫੀਡੈਂਸ ਮੇਨਟੇਨ ਰੱਖੀਏ ਤੇ ਅਸੀਂ
ਹਰ ਸਮੱਸਿਆ ਦਾ ਹੱਲ ਕਰਦੇ ਹੋਏ ਜਿੱਤ ਹੀ ਪ੍ਰਾਪਤ ਕਰਾਂਗੇ। ਇਸੇ ਨਾਲ ਮੈਂ ਅੱਜ ਦੀ ਸਾਖੀ ਸਮਾਪਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।